ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ, ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਉਹਨਾਂ ਵੱਲੋਂ ਮਸਕੀਨ ਜੀ ਦੇ ਬਾਰੇ ਜੋ ਲਿਖਤ ਲਿਖੀ ਗਈ ਹੈ ਉਸ ਦਾ ਨਾਮ ਹੈ ਗਿਆਨੀ ਸੰਤ ਸਿੰਘ ਜੀ ਮਸਕੀਨ ਦੇ ਜੀਵਨ ਤੇ ਕੁਝ ਵਿਚਾਰ। ਆਪ ਜੀ ਲਿਖਦੇ ਹਨ, ਪਾਕਿਸਤਾਨ ਦੇ ਸੂਬਾ ਸਰਹੱਦ ਦੇ ਜ਼ਿਲ੍ਹਾ ਬੰਨੂ ਦੇ ਕਸਬਾ ਲੱਕੀ ਮਰਵਤ ਵਿੱਚ ਪਿਤਾ ਸਰਦਾਰ ਕਰਤਾਰ ਸਿੰਘ ਜੀ ਦੇ ਅਤੇ ਮਾਤਾ ਰਾਮ ਕੌਰ ਜੀ ਦੇ ਗ੍ਰਹਿ ਵਿਖੇ ਸੰਨ 1934 ਵਿੱਚ ਗਿਆਨੀ ਸੰਤ ਸਿੰਘ ਜੀ ਮਸਕੀਨ ਦਾ ਜਨਮ ਹੋਇਆ। ਖਾਲਸਾ ਸਕੂਲ ਵਿੱਚ ਪ੍ਰਾਇਮਰੀ ਪਾਸ ਕਰਕੇ ਗੌਰਮਿੰਟ ਹਾਈ ਸਕੂਲ ਵਿੱਚ ਦਾਖਲ ਹੋਏ, ਪਰੰਤੂ ਸੰਨ 1947 ਵਿੱਚ ਦੇਸ਼ ਵੰਡ ਹੋਣ ਦੇ ਕਾਰਨ ਮੈਟ੍ਰਿਕ ਦਾ ਇਮਤਿਹਾਨ ਨਾ ਦੇ ਸਕੇ ਤੇ ਅਲਵਰ ਰਾਜਸਥਾਨ ਆ ਕੇ ਵਸ ਗਏ। ਸੰਨ 1952 ਵਿੱਚ ਆਪ ਜੀ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਪਿਤਾ ਜੀ ਦੇ ਵਿਛੋੜੇ ਦਾ ਇਹਨਾਂ ਦੇ ਦਿਲ ਤੇ ਭਾਰੀ ਅਸਰ ਹੋਇਆ ਤੇ ਆਪ ਬਹੁਤ ਉਦਾਸ ਰਹਿਣ ਲੱਗ ਪਏ। ਮਾਂ ਦੇ ਪਿਆਰੇ ਪੁੱਤਰ ਹਨ, ਇੱਕ ਇਹਨਾਂ ਦੀ ਭੈਣ ਬੀਬੀ ਸੁਜਾਨ ਕੌਰ ਉਸ ਦਾ ਨਾਮ ਹੈ। ਮਾਤਾ ਜੀ ਅਤੇ ਸੰਬੰਧੀਆਂ ਨੇ ਬਹੁਤ ਸਮਝਾਇਆ, ਪਰ ਆਪ ਜੀ ਉਦਾਸੀਨਤਾ ਵਿੱਚ ਹੀ ਘਰੋਂ ਨਿਕਲ ਪਏ। ਬਿਹੰਗਮ ਬਿਰਤੀ ਵਿੱਚ ਕਈ ਚੰਗੇ ਚੰਗੇ ਮਹਾਂਪੁਰਸ਼ਾਂ ਦੀ ਅਤੇ ਵਿਦਵਾਨਾਂ ਦੀ ਸੰਗਤ ਕਰਕੇ ਵਿੱਦਿਆ ਪ੍ਰਾਪਤ ਕੀਤੀ। ਗਿਆਨੀ ਬਲਵੰਤ ਸਿੰਘ ਜੀ ਨਿਰਮਲੇ ਮਹਾਂਪੁਰਸ਼ਾਂ ਪਾਸੋਂ ਗੁਰਬਾਣੀ ਦੇ ਅਰਥ ਤੇ ਗੁਰਮਤਿ ਦੀ ਜਾਣਕਾਰੀ ਹਾਸਲ ਕੀਤੀ। ਫਿਰ ਆਪ ਕਥਾ ਕਰਨ ਵਿੱਚ ਪ੍ਰਵਿਰਤ ਹੋ ਗਏ। 5 ਸਾਲਾਂ ਪਿੱਛੋਂ ਆਪ ਅਲਵਰ ਆਏ। ਮਾਤਾ ਜੀ ਅਤੇ ਪਰਿਵਾਰ ਨੂੰ ਵੇਖ ਕੇ ਆਪ ਨੂੰ ਬਹੁਤ ਖੁਸ਼ੀ ਹੋਈ। ਕੁਝ ਦਿਨ ਆਪ ਘਰ ਹੀ ਠਹਿਰੇ। ਮਾਤਾ ਜੀ ਅਤੇ ਪਰਿਵਾਰ ਨੇ ਸ਼ਾਦੀ ਕਰਾਉਣ ਦੀ ਪ੍ਰੇਰਨਾ ਕੀਤੀ। ਆਪ ਜੀ ਨੇ ਵੀ ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ ਸਮਝ ਕੇ ਸ਼ਾਦੀ ਦੀ ਪ੍ਰਵਾਨਗੀ ਦੇ ਦਿੱਤੀ। ਸੰਨ 1958 ਵਿੱਚ ਆਪ ਜੀ ਦੀ ਸ਼ਾਦੀ ਸੁਭਾਗਿਆ ਅਤੇ ਸੁਸ਼ੀਲ ਬੀਬੀ ਸੁੰਦਰ ਕੌਰ ਜੀ ਨਾਲ ਹੋ ਗਈ। ਅਲਵਰ ਵਿੱਚ ਹੀ ਆਪ ਜੀ ਨੇ ਆਪਣਾ ਪੱਕਾ ਟਿਕਾਣਾ ਕਰਨ ਦਾ ਮਨ ਬਣਾ ਲਿਆ। ਮਸਕੀਨ ਜੀ ਦਾ ਸਾਦਾ ਲਿਬਾਸ, ਸਿਰ ਤੇ ਕਾਲੀ ਦਸਤਾਰ, ਗਲ ਵਿੱਚ ਖੁੱਲ੍ਹਾ ਕੁੜਤਾ, ਉੱਪਰ ਜਾਕਟ ਤੇ ਤੇੜ ਖੁੱਲ੍ਹਾ ਪਜਾਮਾ ਅਤੇ ਮੋਢੇ ਤੇ ਦੋਹਰੀ ਚਾਦਰ ਰੱਖਣੀ। ਇਹ ਲਿਬਾਸ ਮਸਕੀਨ ਜੀ ਦਾ ਹੀ ਨਹੀਂ, ਸਗੋਂ ਅੱਜ ਵੀ ਇਹਨਾਂ ਦੀ ਸੰਸਥਾ ਦੇ ਵਿਦਿਆਰਥੀਆਂ ਅਤੇ ਗਿਆਨੀਆਂ ਦਾ ਵੀ ਇਹੋ ਹੀ ਲਿਬਾਸ ਦੇਖਣ ਵਿੱਚ ਆਉਂਦਾ ਹੈ, ਜਿਸ ਲਿਬਾਸ ਵਿੱਚ ਕੋਈ ਬਨਾਵਟ ਅਤੇ ਪਾਖੰਡ ਦੀ ਝਲਕ ਨਹੀਂ ਪੈਂਦੀ। ਆਪ ਜੀ ਦੇ ਜੀਵਨ ਦੇ ਵੀ ਕੁਝ ਅਨੋਖੇ ਨਿਯਮ ਹਨ ਜੋ ਘੱਟ ਹੀ ਗੁਣੀ ਗਿਆਨੀਆਂ ਅਤੇ ਕਥਾਵਾਚਕਾਂ ਵਿੱਚ ਨਜ਼ਰ ਆਉਂਦੇ ਹਨ। ਬਾਹਰ ਕਿਤੇ ਵੀ ਜਾਣ ਤੇ ਆਪਣੀ ਰਿਹਾਇਸ਼ ਗੁਰਦੁਆਰੇ ਵਿੱਚ ਹੀ ਰੱਖਦੇ। ਭਾਵੇਂ ਕੋਈ ਕਿਤਨਾ ਵੀ ਸ਼ਰਧਾਲੂ ਆਪਣੇ ਘਰ ਠਹਿਰਨ ਲਈ ਆਖੇ, ਕਿਸੇ ਦੇ ਘਰ ਉਤਾਰਾ ਨਾ ਕਰਦੇ। ਪ੍ਰਸ਼ਾਦਾ ਵੀ ਗੁਰਦੁਆਰੇ ਲੰਗਰ ਵਿੱਚੋਂ ਹੀ ਛਕਦੇ। ਜੇ ਕੋਈ ਪ੍ਰੇਮੀ ਬਹੁਤਾ ਹੀ ਆਖੇ ਤੇ ਮਜਬੂਰ ਕਰੇ ਤਾਂ ਕਿਸੇ ਦੇ ਘਰ ਜਾਣਾ, ਉਹ ਵੀ ਇਕੱਲਿਆਂ ਨਹੀਂ ਜਾਣਾ, 5-7 ਵਿਦਿਆਰਥੀ ਅਤੇ ਸੇਵਾਦਾਰਾਂ ਨੂੰ ਨਾਲ ਲੈ ਕੇ ਜਾਣਾ। ਆਪ ਜੀ ਦੇ ਨਾਲ ਹਰ ਵੇਲੇ 2-4 ਵਿਦਿਆਰਥੀ ਅਤੇ ਸੇਵਾਦਾਰ ਜ਼ਰੂਰ ਰਹਿੰਦੇ ਹਨ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਉੱਚਾ ਤੇ ਬੜੇ ਵਜਦ ਵਿੱਚ ਕਰਨਾ, ਉਪਰੰਤ ਸਿਮਰਨ ਵਿੱਚ ਲੀਨ ਹੋ ਜਾਂਦੇ। ਫਿਰ ਤਿਆਰ ਹੋ ਕੇ ਗੁਰਦੁਆਰੇ ਪੁੱਜ ਜਾਣਾ ਤੇ ਕੁਝ ਸਮਾਂ ਕੀਰਤਨ ਜ਼ਰੂਰ ਸੁਣਨਾ। ਮਸਕੀਨ ਜੀ ਕਹਿੰਦੇ ਹਨ ਕਿ ਕੀਰਤਨ ਵਿੱਚੋਂ ਹੀ ਮੈਨੂੰ ਬਖਸ਼ਿਸ਼ ਮਿਲਦੀ ਹੈ। ਜੋ ਮੈਂ ਕਥਾ ਵਿੱਚ ਕਹਿੰਦਾ ਹਾਂ ਉਸ ਦਾ ਗੁਰੂ ਦੇ ਸ਼ਬਦ ਵਿੱਚੋਂ ਹੀ ਮੈਨੂੰ ਸੁਝਾਅ ਮਿਲਦਾ ਹੈ। ਗੁਰਵਾਕ ਅਨੁਸਾਰ ਹੋਂ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਅਥਵਾ ਬੁਲਾਇਆ ਬੋਲੀ ਖਸਮ ਦਾ। ਇਸ ਤੇ ਆਪ ਜੀ ਦਾ ਦ੍ਰਿੜ ਨਿਸ਼ਚਾ ਹੈ। ਇਸ ਤਰ੍ਹਾਂ ਫਿਰ ਆਪ ਗੁਰਵਾਕ ਦੀ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ। ਆਪ ਜੀ ਦੀ ਕਥਾ ਦਾ ਢੰਗ ਪੁਰਾਤਨ ਕਥਾਵਾਚਕਾਂ ਨਾਲੋਂ ਨਵੀਨ ਅਤੇ ਅਨੋਖਾ ਹੈ। ਜਿਸ ਮਜ਼ਮੂਨ ਨੂੰ ਸ਼ੁਰੂ ਕਰਦੇ ਹਨ ਉਸ ਦੀ ਪ੍ਰੌੜਤਾ ਲਈ ਅਨੇਕ ਉਦਾਹਰਨ ਦੇ ਕੇ ਫਿਰ ਟਿਕਾਣੇ ਆ ਜਾਂਦੇ ਹਨ। ਮਜ਼ਮੂਨ ਨੂੰ ਬੜੇ ਸੋਹਣੇ ਢੰਗ ਨਾਲ ਨਿਭਾਉਂਦੇ ਹਨ, ਜਿਸ ਨੂੰ ਸੁਣ ਕੇ ਵਿਦਵਾਨ ਵੀ ਅਸ਼ ਅਸ਼ ਕਰ ਉੱਠਦੇ ਹਨ।
ਆਪ ਜੀ ਦੀ ਜ਼ੁਬਾਨ ਵਿੱਚ ਮਿਠਾਸ, ਬੋਲਣ ਵਿੱਚ ਸਰਲਤਾ ਅਤੇ ਕਹਿਣ ਵਿੱਚ ਜ਼ੋਰ ਹੈ। ਕੋਈ ਅਜਿਹਾ ਸਰੋਤਾ ਨਹੀਂ ਹੁੰਦਾ ਜੋ ਅਸਰ ਨਾ ਕਬੂਲੇ। ਸਰੋਤਿਆਂ ਦੀਆਂ ਬਿਰਤੀਆਂ ਤੇ ਨੇਤਰ ਇੱਕ ਟਕ ਮਸਕੀਨ ਜੀ ਵੱਲ ਜੁੜੇ ਹੋਏ ਹੁੰਦੇ ਹਨ, ਭਾਵ ਸਰੋਤੇ ਇੱਕ ਤਰ੍ਹਾਂ ਨਾਲ ਬੁੱਤ ਬਣ ਕੇ ਬੈਠੇ ਹੁੰਦੇ ਹਨ। ਆਪ ਜੀ ਦੀ ਕਥਾ ਦਾ ਅਸਰ ਸਰੋਤਿਆਂ ਤੇ ਭਾਵੇਂ ਪੜ੍ਹੇ ਹੋਏ ਹੋਣ ਤੇ ਭਾਵੇਂ ਅਨਪੜ੍ਹ ਹੋਣ, ਜਾਦੂ ਵਾਂਗ ਹੁੰਦਾ ਹੈ। ਵੱਡੀ ਖੁਸ਼ੀ ਦੀ ਗੱਲ ਹੈ ਕਿ ਸਿੱਖ ਜਗਤ ਨੂੰ ਇੱਕ ਅਜਿਹਾ ਵਕਤਾ ਮਿਲਿਆ ਹੈ ਜੋ ਆਪ ਸਿੱਖੀ ਦੇ ਨਿਯਮਾਂ ਵਿੱਚ ਪਰਪੱਕ ਹੈ ਅਤੇ ਸਿੱਖੀ ਦਾ ਮਦਈ ਬਣ ਕੇ ਦੇਹਧਾਰੀ ਗੁਰੂਆਂ ਤੇ ਪਾਖੰਡੀ ਸਾਧਾਂ ਸੰਤਾਂ ਦੇ ਪਖੰਡ ਨੂੰ ਅਤੇ ਨਰਕਧਾਰੀਆਂ ਦੀਆਂ ਝੂਠੀਆਂ ਦੁਕਾਨਾਂ ਦੇ ਪਾਜ ਨੂੰ ਸੰਗਤਾਂ ਸਾਹਮਣੇ ਪਾਸ਼ ਕਰ ਦਿੰਦਾ ਹੈ। ਗੁਰਦੁਆਰਿਆਂ ਦੇ ਪ੍ਰਧਾਨਾਂ, ਸਕੱਤਰਾਂ ਆਦਿ ਦੀਆਂ ਕਮਜ਼ੋਰੀਆਂ ਨੂੰ ਵੀ ਬੜੇ ਬੇਲਿਹਾਜ਼ ਹੋ ਕੇ ਮਸਕੀਨ ਜੀ ਪ੍ਰਗਟ ਕਰ ਦਿੰਦੇ ਹਨ, ਸੰਕੋਚ ਨਹੀਂ ਕਰਦੇ। ਤੇ ਸੱਚ ਕਹਿਣ ਦੀ ਬਹਾਦਰੀ ਮਸਕੀਨ ਜੀ ਤੋਂ ਬਿਨਾਂ ਹੋਰ ਕਿਸੇ ਕਥਾਵਾਚਕ ਗੁਣੀ ਗਿਆਨੀ ਵਿੱਚ ਘੱਟ ਹੀ ਵੇਖਣ ਵਿੱਚ ਆਈ ਹੈ, ਕਿਉਂਕਿ ਮਸਕੀਨ ਜੀ ਦਾ ਆਪਣਾ ਜੀਵਨ ਬੜਾ ਮਹਾਨ ਅਤੇ ਉੱਚਾ ਹੈ। ਇਸ ਲਈ ਸਚਾਈ ਪ੍ਰਗਟ ਕਰਨੋਂ ਸੰਕੋਚ ਨਹੀਂ ਕਰਦੇ। ਮਸਕੀਨ ਜੀ ਗੈਰ ਧਰਮਾਂ ਦੀਆਂ ਸਭਾਵਾਂ ਵਿੱਚ ਵੀ ਜਦੋਂ ਜਾ ਕੇ ਬੋਲਦੇ ਹਨ ਤਾਂ ਉਹ ਵੀ ਮਸਕੀਨ ਜੀ ਦਾ ਭਾਸ਼ਣ ਸੁਣ ਕੇ ਚਕਿਤ ਹੋ ਜਾਂਦੇ ਹਨ। ਮਸਕੀਨ ਜੀ ਨੂੰ ਸਾਰੇ ਸਾਲ ਵਿੱਚ ਆਪਣੇ ਘਰ ਠਹਿਰਨ ਦਾ ਬਹੁਤ ਹੀ ਥੋੜ੍ਹਾ ਸਮਾਂ ਮਿਲਦਾ ਹੈ। ਗੁਰਪੁਰਬਾਂ ਅਤੇ ਵਿਸ਼ੇਸ਼ ਸਮਾਗਮਾਂ ਤੇ ਭਾਰਤ ਤੋਂ ਬਿਨਾਂ ਬਾਹਰਲੇ ਦੇਸ਼ਾਂ ਵਿੱਚ ਕਾਬਲ, ਕੰਧਾਰ, ਕੁਵੈਤ, ਸਿੰਗਾਪੁਰ, ਮਲੇਸ਼ੀਆ, ਇੰਗਲੈਂਡ, ਈਰਾਨ, ਕੈਨੇਡਾ, ਅਮਰੀਕਾ ਆਦਿ ਦੇਸ਼ਾਂ ਤੋਂ ਵੀ ਸੱਦਾ ਪੱਤਰ ਆਉਂਦੇ ਹਨ। ਜਿੱਥੇ ਇੱਕ ਵਾਰ ਹੋ ਆਉਂਦੇ ਹਨ, ਉੱਥੇ ਸੰਗਤਾਂ ਦੀ ਖਿੱਚ ਇਤਨੀ ਵੱਧ ਜਾਂਦੀ ਹੈ ਕਿ ਉਹ ਲੋਚਦੇ ਰਹਿੰਦੇ ਹਨ ਕਿ ਮਸਕੀਨ ਜੀ ਕਦੋਂ ਆਉਂਦੇ ਹਨ। ਮਸਕੀਨ ਜੀ ਪ੍ਰਦੇਸ਼ਾਂ ਵਿੱਚ ਵੀ ਦੇਹਧਾਰੀ ਪਾਖੰਡੀਆਂ ਦੇ ਪਾਜ ਉਘੇੜਨ ਤੋਂ ਸੰਕੋਚ ਨਹੀਂ ਕਰਦੇ। ਕਈ ਥਾਵਾਂ ਤੇ ਦੰਭੀ ਇਹਨਾਂ ਤੇ ਆਪਣਾ ਅਸਰ ਪਾਉਣ ਲਈ ਕਈ ਢੰਗ ਵਰਤਦੇ ਹਨ, ਪਰ ਮਸਕੀਨ ਜੀ ਉਹਨਾਂ ਦੇ ਜਾਲ ਵਿੱਚ ਨਹੀਂ ਫਸਦੇ। ਆਪ ਜੀ ਤੇ ਸਤਿਗੁਰ ਜੀ ਦੀ ਮਹਾਨ ਕਿਰਪਾ ਹੈ। ਲਗਭਗ 12-13 ਸਾਲ ਹੋਏ ਮੈਂ ਭਾਈ ਜੈਮਲ ਸਿੰਘ ਜੀ ਦੀ ਪੋਤੀ ਦੀ ਸ਼ਾਦੀ ਤੇ ਬੰਬਈ ਗਿਆ। ਮਸਕੀਨ ਜੀ ਵੀ ਬੰਬਈ ਗਏ ਹੋਏ ਸਨ, ਕਿਉਂਕਿ ਭਾਈ ਜੈਮਲ ਸਿੰਘ ਜੀ ਦੇ ਨਾਲ ਮਸਕੀਨ ਜੀ ਦਾ ਬਹੁਤ ਪ੍ਰੇਮ ਹੈ। ਇਸ ਤੋਂ ਪਹਿਲਾਂ ਮੈਂ ਮਸਕੀਨ ਜੀ ਦਾ ਨਾਮ ਹੀ ਸੁਣਿਆ ਹੋਇਆ ਸੀ, ਦਰਸ਼ਨ ਨਹੀਂ ਸਨ ਕੀਤੇ ਹੋਏ, ਅਤੇ ਪਹਿਲੀ ਵਾਰ ਹੀ ਆਪ ਜੀ ਦੀ ਰਸਨਾ ਤੋਂ ਕਥਾ ਸੁਣਨ ਦਾ ਸੁਭਾਗ ਸਮਾਂ ਭਾਈ ਜੋਗਾ ਸਿੰਘ ਜੀ ਦੇ ਗੁਰਦੁਆਰੇ ਮੈਨੂੰ ਪ੍ਰਾਪਤ ਹੋਇਆ। ਕਥਾ ਦਾ ਮੇਰੇ ਤੇ ਬਹੁਤ ਹੀ ਪ੍ਰਭਾਵ ਪਿਆ। ਕਥਾ ਪਿੱਛੋਂ ਮਿਲੇ, ਫਤਿਹ ਬੁਲਾਈ। ਮੈਂ ਪੁੱਛਿਆ, ਤੁਸੀਂ ਕਦੇ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਆਉਂਦੇ ਹੋ ਕਿ ਨਹੀਂ? ਕਹਿਣ ਲੱਗੇ, ਜਾਈਦਾ ਤਾਂ ਹੈ, ਪਰ ਦਰਸ਼ਨ ਕਰਕੇ ਆ ਜਾਈਦਾ ਹੈ। ਮੈਂ ਬੇਨਤੀ ਕੀਤੀ ਕਿ ਇਸ ਸਾਲ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਤੇ ਦਰਸ਼ਨ ਜ਼ਰੂਰ ਦੇਵੋ। ਉਹਨਾਂ ਬੇਨਤੀ ਪ੍ਰਵਾਨ ਕਰ ਲਈ। ਆਪ ਜੀ ਨੇ 1 ਹਫ਼ਤੇ ਦਾ ਸਮਾਂ ਦਿੱਤਾ। ਆਏ, ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਗਦ-ਗਦ ਹੋਈਆਂ, ਕਹਿਣ, ਮਸਕੀਨ ਜੀ ਨੂੰ ਕੁਝ ਸਮਾਂ ਹੋਰ ਰੱਖੋ, ਪਰ ਆਪ ਜੀ ਅਗਲੇ ਦਿੱਤੇ ਪ੍ਰੋਗਰਾਮ ਕਾਰਨ ਨਾ ਠਹਿਰ ਸਕੇ। ਸੰਗਤਾਂ ਨੇ ਅਗਲੇ ਪੁਰਬ ਲਈ ਆਉਣ ਵਾਸਤੇ ਬੇਨਤੀ ਕੀਤੀ, ਸੋ ਪ੍ਰਵਾਨ ਕਰ ਲਈ। ਸ੍ਰੀ ਦਰਬਾਰ ਸਾਹਿਬ ਵੱਲੋਂ ਸਰੋਪਾ ਅਤੇ ਕੁਝ ਮਾਇਆ ਪ੍ਰਬੰਧਕਾਂ ਦੇਣੀ ਚਾਹੀ। ਆਪ ਜੀ ਨੇ ਸਰੋਪਾ ਤਾਂ ਲੈ ਲਿਆ, ਪਰ ਮਾਇਆ ਮੋੜ ਦਿੱਤੀ ਤੇ ਕਿਹਾ, ਮਾਇਆ ਦੀ ਲੋੜ ਸੰਗਤਾਂ ਪੂਰੀ ਕਰ ਦਿੰਦੀਆਂ ਹਨ, ਇਸ ਲਈ ਸਤਿਗੁਰਾਂ ਦੇ ਦਰਬਾਰ ਤੋਂ ਮਾਇਆ ਨਹੀਂ ਲੈਣੀ। ਸੋ ਕਿਤਨੇ ਸਾਲ ਹੋ ਗਏ ਹਨ ਮਸਕੀਨ ਜੀ ਨੂੰ ਆਉਂਦਿਆਂ ਨੂੰ। ਸ੍ਰੀ ਦਰਬਾਰ ਸਾਹਿਬ ਤੋਂ ਮਾਇਆ ਆਪ ਨਹੀਂ ਲੈਂਦੇ, ਸਰੋਪਾ ਸਤਿਗੁਰਾਂ ਦੀ ਬਖਸ਼ਿਸ਼ ਸਮਝ ਕੇ ਲੈ ਲੈਂਦੇ ਹਨ। ਇਸ ਤਰ੍ਹਾਂ ਸਤਿਗੁਰ ਜੀ ਨੇ ਜੋ ਆਪ ਜੀ ਨੂੰ ਤਿਆਗ ਦਾ ਗੁਣ ਬਖਸ਼ਿਆ ਹੈ, ਘੱਟ ਹੀ ਗੁਣੀ ਗਿਆਨੀਆਂ ਤੇ ਕਥਾਵਾਚਕਾਂ ਵਿੱਚ ਵੇਖਣ ਵਿੱਚ ਆਉਂਦਾ ਹੈ। ਮਸਕੀਨ ਜੀ ਮਾਇਆ ਦੇ ਪਿੱਛੇ ਨਹੀਂ ਪੈਂਦੇ, ਜੋ ਸੁੱਤੇ ਸਿੱਧੇ ਆ ਜਾਏ ਉਸ ਵਿੱਚ ਸੰਤੁਸ਼ਟ ਰਹਿੰਦੇ ਹਨ। ਆਪ ਜੀ ਵਿੱਚ ਉਦਾਰਤਾ ਦਾ ਬਹੁਤ ਵੱਡਾ ਗੁਣ ਹੈ। ਜੋ ਮਾਇਆ ਆਉਂਦੀ ਹੈ,
ਕੁਝ ਅਲਵਰ ਵਿੱਚ ਚੱਲ ਰਹੇ ਖਾਲਸਾ ਮਿਡਲ ਸਕੂਲ ਤੇ ਖਰਚ ਕਰ ਦਿੰਦੇ ਹਨ। ਕੁਝ ਵਿਧਵਾਵਾਂ ਤੇ ਯਤੀਮਾਂ ਲੋੜਵੰਦਾਂ ਦੀ ਸਹਾਇਤਾ ਕਰ ਦਿੰਦੇ ਹਨ। ਜੋ ਫਿਰ ਵੀ ਬਚ ਰਹੇ ਉਹ ਸਾਲ ਵਿੱਚ ਇੱਕ ਭਾਰੀ ਗੁਰਮਤ ਸਮਾਗਮ ਅਲਵਰ ਵਿੱਚ ਕਰਕੇ ਸੰਗਤਾਂ ਦੀ ਪ੍ਰਸੰਨਤਾ ਪ੍ਰਾਪਤ ਕਰਦੇ ਹਨ। ਅੱਜ ਕਿਤਨੇ ਸਾਲ ਹੋ ਗਏ ਹਨ ਮਸਕੀਨ ਜੀ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੇ ਸ੍ਰੀ ਅੰਮ੍ਰਿਤਸਰ ਆਉਂਦੇ ਹਨ ਤੇ ਦੀਵਾਲੀ ਤੱਕ 15-20 ਦਿਨ ਮੰਜੀ ਸਾਹਿਬ ਦੇ ਹਾਲ ਵਿੱਚ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ। ਸੰਗਤਾਂ ਵੀ ਇਸ ਤਰ੍ਹਾਂ ਹੁੰਮ ਹੁਮਾ ਕੇ ਤੇ ਉਤਸ਼ਾਹ ਨਾਲ ਆਉਂਦੀਆਂ ਹਨ ਕਿ ਮੰਜੀ ਸਾਹਿਬ ਦਾ ਹਾਲ ਡੱਕਾ ਡੱਕ ਭਰਿਆ ਹੋਇਆ ਹੁੰਦਾ ਹੈ ਤੇ ਦੂਰ ਦੂਰ ਬੈਠੀਆਂ ਸੰਗਤਾਂ ਕਥਾ ਦਾ ਆਨੰਦ ਮਾਣਦੀਆਂ ਹਨ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਸੰਗਤਾਂ ਨੂੰ ਐਨੀ ਭਾਰੀ ਖਿੱਚ ਹੁੰਦੀ ਹੈ ਕਿ ਕੁਝ ਮਿੰਟਾਂ ਵਿੱਚ ਹੀ ਹਾਲ ਭਰ ਜਾਂਦਾ ਹੈ। ਬਹੁਤ ਲੰਮੇ ਸਮੇਂ ਤੋਂ ਸੰਗਤਾਂ ਦੀ ਇਹ ਮੰਗ ਸੀ ਕਿ ਮਸਕੀਨ ਜੀ ਨੂੰ ਕੋਈ ਪੁਸਤਕ ਜ਼ਰੂਰ ਲਿਖਣੀ ਚਾਹੀਦੀ ਹੈ। ਭਾਵੇਂ ਬਹੁਤ ਸਾਰੇ ਸ਼ਰਧਾਲੂ ਜਿੱਥੇ ਜਾਂਦੇ ਹਨ ਮਸਕੀਨ ਜੀ ਦੀ ਕਥਾ ਟੇਪ ਕਰ ਲੈਂਦੇ ਹਨ, ਪਰ ਉਹ ਟੇਪ ਜਿਨ੍ਹਾਂ ਪਾਸ ਹੁੰਦੇ ਹਨ ਉਹਨਾਂ ਨੂੰ ਹੀ ਲਾਭ ਪ੍ਰਾਪਤ ਹੋ ਸਕਦਾ ਹੈ, ਦੂਜਿਆਂ ਨੂੰ ਨਹੀਂ। ਸੰਗਤਾਂ ਦੀ ਇਸ ਮੰਗ ਨੂੰ ਮੁੱਖ ਰੱਖ ਕੇ ਮਸਕੀਨ ਜੀ ਨੇ ਇਹ ਪੁਸਤਕ ਗੁਰੂ ਚਿੰਤਨ ਮਜ਼ਮੂਨਾਂ ਦਾ ਗੁਲਦਸਤਾ ਲਿਖੀ ਹੈ, ਜਿਸ ਦੇ ਪੜ੍ਹਨ ਨਾਲ ਗੁਰੂ ਚੇਤੇ ਆਵੇਗਾ। ਜਿਵੇਂ ਗੁਲਦਸਤੇ ਵਿੱਚ ਜੜੀਆਂ ਨਵੀਆਂ ਤੇ ਨਰੋਈਆਂ ਟਹਿਣੀਆਂ ਦੀ ਹਰਿਆਵਲ ਤੇ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੀ ਚਮਕ ਦਮਕ ਦਾ ਪ੍ਰਭਾਵ ਤੇ ਸੁਗੰਧੀ ਲੈ ਕੇ ਅਨੇਕਾਂ ਮਨੁੱਖ ਦਿਮਾਗ ਵਿੱਚ ਭਰੀ ਬਦਬੂ ਨੂੰ ਦੂਰ ਕਰਕੇ ਸੁਗੰਧੀ ਦਾ ਆਨੰਦ ਮਾਣਦੇ ਹਨ। ਇਸੇ ਤਰ੍ਹਾਂ ਇਸ ਗੁਰੂ ਚਿੰਤਨ ਪੁਸਤਕ ਗੁਲਦਸਤੇ ਵਿੱਚ ਮਸਕੀਨ ਜੀ ਵੱਲੋਂ ਜੜੀਆਂ ਸਾਖੀਆਂ, ਉਦਾਹਰਨਾਂ ਤੇ ਦਲੀਲਾਂ, ਨਵੇਂ ਤੇ ਪਵਿੱਤਰ ਖਿਆਲਾਂ ਰੂਪ ਫੁੱਲਾਂ ਦਾ ਅਸਰ ਤੇ ਭਗਤੀ ਰੂਪ ਸੁਗੰਧੀ ਲੈ ਕੇ ਸ਼ਰਧਾਲੂ ਵਿਸ਼ੇ ਵਿਕਾਰਾਂ ਦੀ ਦੁਰਗੰਧੀ ਨੂੰ ਦੂਰ ਕਰਕੇ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾ ਕੇ ਅਸਲੀ ਜ਼ਿੰਦਗੀ ਦਾ ਮਨੋਰਥ ਹਾਸਲ ਕਰਨਗੇ। ਪੁਸਤਕ ਵਿੱਚ ਭਾਵੇਂ ਲੇਖ ਛੋਟੇ ਹਨ, ਪਰ ਵਿਚਾਰ ਇਹਨਾਂ ਵਿੱਚ ਬਹੁਤ ਮਹਾਨ ਤੇ ਉੱਚੇ ਹਨ। ਜੋ ਇਸ ਪੁਸਤਕ ਵਿੱਚ ਨਵੀਨਤਾ ਪਾਈ ਜਾਂਦੀ ਹੈ, ਇਹ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਲੀ ਗੱਲ ਹੈ। ਇਸ ਦੇ ਪੜ੍ਹਨ ਨਾਲ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਸ਼ਰਧਾਲੂਆਂ ਤੇ ਭਾਰੀ ਉਪਕਾਰ ਹੋਵੇਗਾ। ਜਿੱਥੇ ਮਸਕੀਨ ਜੀ ਆਪ ਨਹੀਂ ਪੁੱਜ ਸਕਣਗੇ, ਉੱਥੇ ਇਸ ਪੁਸਤਕ ਨੂੰ ਪੜ੍ਹ ਕੇ ਪ੍ਰੇਮੀ ਪੂਰਾ ਲਾਭ ਉਠਾਉਣਗੇ। ਇਸ ਪੁਸਤਕ ਦੀ ਹਰ ਇੱਕ ਘਰ ਵਿੱਚ ਲੋੜ ਉਤਪੰਨ ਹੋਣੀ ਚਾਹੀਦੀ ਹੈ ਤਾਂ ਕਿ ਪੜ੍ਹਨ ਵਾਲਿਆਂ ਨੂੰ ਗੁਰੂ ਚੇਤੇ ਆਵੇ। ਅਖੀਰ ਸਤਿਗੁਰਾਂ ਦੇ ਚਰਨਾਂ ਵਿੱਚ ਮੇਰੀ ਦੋਵੇਂ ਹੱਥ ਜੋੜ ਕੇ ਅਰਦਾਸ ਹੈ ਕਿ ਹੇ ਸਤਿਗੁਰੂ ਜੀ, ਇਸ ਆਪਣੇ ਮਹਾਨ ਸੇਵਕ ਮਸਕੀਨ ਜੀ ਨੂੰ ਚਿਰੰਜੀਵਤਾ ਤੇ ਸਿੱਖੀ ਦਾਨ ਬਖਸ਼ ਕੇ ਇਸ ਨਾਲੋਂ ਵੀ ਵਧੇਰੇ ਸ਼ਕਤੀ ਬਖਸ਼ੋ ਕਿ ਉਹ ਸਿੱਖੀ ਦਾ ਪ੍ਰਚਾਰ ਇਸ ਨਾਲੋਂ ਵੀ ਵੱਧ ਤੋਂ ਵੱਧ ਕਰ ਸਕਣ ਅਤੇ ਸਿੱਖੀ ਆਦਰਸ਼ ਸਿੱਖ ਸੰਗਤਾਂ ਨੂੰ ਪਹੁੰਚਾਉਂਦੇ ਰਹਿਣ। ਗੁਰਵਾਕ ਅਨੁਸਾਰ ਕਬੀਰ ਜੈਸੀ ਉਪਜੀ ਪੇਟ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਵਾਪਰਾ ਪੁਜੇ ਨਾ ਰਤਨ ਕਰੋੜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਲਿਖਤ ਮਸਕੀਨ ਜੀ ਦੀ ਪਹਿਲੀ ਪੁਸਤਕ ਗੁਰੂ ਚਿੰਤਨ ਵਿੱਚੋਂ ਲਈ ਗਈ ਹੈ, ਜੋ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਨੇ ਲਿਖੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।